श्री वाहिगुरु जी। एक ओंकार सत नाम करता पुरख निरभउ निरवैर अकाल मूरत अजूनी सैभं गुर प्रसाद जप। आद सच जुगाद सच है भी सच नानक होसी भी सच। प्रथम भगवती सिमर कै गुरु नानक लई ध्याए। फिर अंगत गुर ते अमरदास रामदासै होई सहाय। अर्जन हर गोबिंद नो सिमरो श्री हर राय। श्री हरि कृष्ण ध्याइयै जिस डिठे सब दुख जाए। तेक बहादुर सिमरियै कर नौ निध आवे ताए। सब थाई होए सहाय। दसवें पातशाह श्री गुरु गोबिंद सिंह कलगीधर सच्चे पातशाह। सब थाई होए सहाय। सतनाम श्री वाहिगुरु जी। तरजी अरे कटे कतों लाहे बेडानी आस। नानक नाम ध्याइयै कारज आवे रास। सो बहुत बड़े भाग ने संगतां दे जिन्हां नूं सतगुरां दे सोहणे दरबार विच हाजरी भरन दा बहुत सोहना सुभाग समा मिलिया है। दरगाही मस्या दे दिहाड़े ते हाजरी भरन दा समा मिलिया है। अखंड पाठां दे भोग पाए गुरु नानक पातशाह दे सतगुरां दे नाम दे विच बड़ी किरपा वरती है। सो अरदास होई आरती होई रागी सिंघां ने ढाडियां ने सब ने ही हाजरियां भरियां। सो हुण समा है जो लड़ीवार धन श्री गुरु ग्रंथ साहिब जी की कथा आरंभ है। सो आपां भी सारे एक मन हो के जुड़ के बैठिए। सो गुरु जी ने ये अपने पार होने वास्ते रास्ते ये सतसंग जिहड़ा साजदा है आउण आके बैठना है। हाजरी भरनी एक मन एक चित हो के फिर ही जीव दे पुन्ना च वाधा होंदा है। सतगुरु जी बचन करते ने कि पार ब्रह्म होआ सहाई कथा कीर्तन सुखदाई। किदों सुख मिलता है जदों जीव आन के गुरु की वडियाई कीर्तन सरवण करता है। कथा सरवण करता है बचना च बैठता है। फिर उदों जीव नूं सुख मिलता है। सब थाई सुख ही सुख है।
ਕੋਈ ਧੂਣੇ ਨਹੀਂ ਤਾਪਣੇ ਪੈਂਦੇ, ਕੋਈ ਜਲ ਧਾਰੇ ਨਹੀਂ ਕਰਨੇ ਪੈਂਦੇ। ਸੋ ਇਸ ਕਰਕੇ ਇਹ ਬਹੁਤ ਸੌਖਾ ਰਸਤਾ ਹੈ। ਗੁਰੂ ਜੀ ਨੇ ਆਪਾਂ ਨੂੰ ਪਾਰ ਹੋਣ ਵਾਸਤੇ ਇਹ ਰਸਤਾ ਦਿੱਤਾ ਆਪਾਂ ਨੂੰ। ਇਸ ਨਾਲ ਜੀਵ ਨੂੰ ਸੁੱਖ ਮਿਲਦਾ, ਦੁੱਖ ਰੋਗ ਬਿਮਾਰੀਆਂ ਸਭ ਦੂਰ ਹੋ ਜਾਂਦੀਆਂ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਸਾਰੀਆਂ ਚਿੰਤਾ, ਸਭ ਦੁੱਖ ਬਿਮਾਰੀਆਂ ਇਹ ਇਸ ਬਾਣੀ ਦੇ ਨਾਲ, ਜਿਹੜਾ ਇਸ ਬਾਣੀ ਨੂੰ ਗੁਰੂ ਮੰਨਦਾ ਹੈ, ਇਹਨਾਂ ਤੇ ਪਹਿਰਾ ਦਿੰਦਾ ਹੈ, ਜਿਹੜਾ ਪ੍ਰਤੱਖ ਮੰਨਦਾ ਹੈ ਵੀ ਸਤਿਗੁਰੂ ਬੈਠੇ ਨੇ, ਗੁਰੂ ਨਾਨਕ ਪਾਤਸ਼ਾਹ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਉਸ ਨੂੰ ਹੀ ਫਿਰ ਗੁਰੂ ਤਾਰਦਾ ਜਿਹੜਾ ਫਿਰ ਪ੍ਰਤੱਖ ਮੰਨਦਾ। ਉਹਦੀਆਂ ਹੀ ਫਿਰ ਅਰਦਾਸਾਂ ਬੇਨਤੀਆਂ ਗੁਰੂ ਦੇ ਚਰਨਾਂ 'ਚ ਪਹੁੰਚਦੀਆਂ ਨੇ। ਸੋ ਇਸ ਕਰਕੇ ਕਰਮਾਂ ਨਾਲ ਸਮਾਂ ਮਿਲਿਆ ਹੈ। ਸੋ ਆਓ, ਜੋ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਹੈ, ਸੋ ਆਪਾਂ ਸਾਰੇ ਹੀ ਜੁੜ ਕੇ ਸ਼ਰਧਾ ਭਾਵਨਾ ਦੇ ਨਾਲ ਬੈਠ ਕੇ ਸਰਵਣ ਕਰੀਏ। ਆਸਾ ਸ੍ਰੀ ਕਬੀਰ ਜੀਓ ਕੇ, ਪੰਚ ਪਦੇ ਨੌਵਾ, ਦੋ ਤੁਕੇ ਪੰਜਵਾ। ਇਕ ਓੰਕਾਰ ਸਤਿਗੁਰ ਪ੍ਰਸਾਦ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ। ਜਿਸ ਪਾਹਨ ਕੋ ਪਾਤੀ ਤੋਰੈ, ਸੋ ਪਾਹਨ ਨਿਰਜੀਓ। ਭਗਤ ਕਬੀਰ ਜੀ ਇਸ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ, ਪਾਤੀ ਤੋਰੈ ਮਾਲਨੀ, ਪਾਤੀ ਪਾਤੀ ਜੀਓ। ਪੂਜਾ ਵਾਸਤੇ ਤੂੰ ਫੁੱਲ ਪੱਤੇ ਤੋੜਦੀ ਹੈ, ਪਰ ਉਹਨਾਂ ਫੁੱਲ ਪੱਤਿਆਂ ਵਿੱਚ ਜਿੰਦ ਜਾਨ ਹੈ। ਜਿਸ ਦੀ ਮੂਰਤੀ ਵਾਸਤੇ ਤੂੰ ਫੁੱਲ ਪੱਤੇ ਤੋੜਦੀ ਹੈ, ਉਹ ਮੂਰਤੀ ਤਾਂ ਨਿਰਜਿੰਦ ਹੈ। ਭੂਲੀ ਮਾਲਨੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। ਰਹਾਓ। ਭਗਤ ਕਬੀਰ ਜੀ ਆਖ ਰਹੇ ਨੇ ਕਿ ਨਿਰਜਿੰਦ ਮੂਰਤੀ ਦੀ ਸੇਵਾ ਵਾਸਤੇ ਪ੍ਰਾਣਮਈ ਫੁੱਲ ਪੱਤਿਆਂ ਨੂੰ ਤੋੜ ਕੇ ਮਾਲਣ ਵੱਡੀ ਗਲਤੀ ਕਰ ਰਹੀ ਹੈ। ਕਿਉਂਕਿ ਅਸਲ ਵਿੱਚ ਸਤਿਗੁਰੂ ਪਰਮਾਤਮਾ
ਜਿਉਂਦਾ ਜਾਗਦਾ, ਜਿਉਂਦਾ ਜਾਗਦਾ ਹੈ। ਬ੍ਰਹਮ ਪਾਤੀ ਬਿਸਨ ਡਾਰੀ, ਫੂਲ ਸ਼ੰਕਰ ਦਿਓ। ਤੀਨ ਦੇਵ ਪ੍ਰਤਖ ਤੂਰ ਹੈ, ਕਰਹਿ ਕਿਸ ਕੀ ਸੇਓ। ਹੇ ਮਾਲਿਨੀ, ਪੂਜਾ ਵਾਸਤੇ ਜਿਹੜੇ ਤੂੰ ਪੱਤੇ ਡਾਲੀ ਤੋਂ ਫੁੱਲ ਤੋੜਦੀ ਹੈ, ਉਹ ਪੱਤੇ ਬ੍ਰਹਮਾ ਰੂਪ ਹਨ। ਡਾਲੀ ਵਿਸ਼ਨੂੰ ਰੂਪ ਤੇ ਫੁੱਲ ਸ਼ਿਵ ਰੂਪ ਹਨ। ਕਬੀਰ ਜੀ ਆਖਦੇ ਨੇ, ਬ੍ਰਹਮ ਪਾਤੀ ਬਿਸਨ ਡਾਰੀ, ਫੂਲ ਸ਼ੰਕਰ ਦੇਵ। ਤੀਨ ਦੇਵ ਪ੍ਰਤਖ ਤੋਰਹਿ, ਕਰਹਿ ਕਿਸ ਕੀ ਸੇਵ। ਕਹਿੰਦੇ ਨੇ ਕਿ ਇਹਨਾਂ ਤਿੰਨ ਦੇਵਤਿਆਂ ਨੂੰ ਤੂੰ ਆਪਣੇ ਸਾਹਮਣੇ ਨਾਸ਼ ਕਰ ਰਹੀ ਹੈ, ਫਿਰ ਸੇਵਾ ਕਿਸ ਦੀ ਕਰਦੀ ਹੈ। ਪਾਖਾਨ ਗੜ ਕੈ ਮੂਰਤ ਕੀਨੀ, ਦੇ ਕੈ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ, ਤੋ ਗੜਨ ਹਾਰੇ ਖਾਓ। ਕਬੀਰ ਜੀ ਆਖ ਰਹੇ ਨੇ ਕਿ ਮੂਰਤੀ ਕੱਢਣ ਵਾਲੇ ਨੇ ਪੱਥਰ ਕੱਢ ਕੇ ਤੇ ਕੱਢਣ ਵੇਲੇ ਮੂਰਤੀ ਦੀ ਛਾਤੀ ਉੱਪਰ ਪੈਰ ਰੱਖ ਕੇ ਮੂਰਤੀ ਤਿਆਰ ਕੀਤੀ ਹੈ। ਕਬੀਰ ਜੀ ਆਖਦੇ ਨੇ, ਪਾਖਾਨ ਗੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ। ਜੇ ਇਹ ਮੂਰਤ ਸਾਚੀ ਹੈ ਤਾਂ ਗੜਨਹਾਰੇ ਖਾਓ। ਕਬੀਰ ਜੀ ਆਖਦੇ ਨੇ ਕਿ ਜੇ ਇਹ ਮੂਰਤ ਅਸਲੀ ਦੇਵਤਾ ਹੈ ਤਾਂ ਇਸ ਨਿਰਾਦਰੀ ਦੇ ਕਾਰਨ ਘੜਨ ਵਾਲੇ ਨੂੰ ਹੀ ਖਾ ਜਾਂਦੀ। ਭਾਤ ਪਹਿਤ ਅਰ ਲਾਪਸੀ, ਕਰ ਕਰਾ ਕਾ ਸਾਰ। ਭੋਗਨ ਹਾਰੇ ਭੋਗਿਆ, ਇਸ ਮੂਰਤ ਕੇ ਮੁਖ ਛਾਰ। ਕਬੀਰ ਜੀ ਆਖ ਰਹੇ ਨੇ, ਚੌਲ ਦਾਲ ਅਤੇ ਖਸਤਾ ਪੰਜੀਰੀ ਤਾਂ ਛਕਣ ਵਾਲਾ ਪੁੰਜਾਰੀ ਹੀ ਛਕ ਜਾਂਦਾ ਹੈ।
ਕਹਿੰਦੇ ਨੇ ਭਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੋਹ ਚਾਰ। ਇਸ ਮੂਰਤੀ ਦੇ ਮੂੰਹ ਵਿੱਚ ਕੁਝ ਨਹੀਂ ਪੈਂਦਾ। ਮਾਲਿਨੀ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੀਂ। ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਕਬੀਰ ਜੀ ਆਖਦੇ ਨੇ ਮਾਲਨ ਮੂਰਤੀ ਪੂਜਣ ਦੇ ਭਲੇਖੇ ਵਿੱਚ ਪਈ ਹੋਈ ਹੈ। ਮਾਲਨ ਭੂਲੀ ਜਗ ਭੁਲਾਨਾ ਹਮ ਭੂਲਨੇ ਨਾਹੀਂ। ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ। ਕਿ ਸਾਰਾ ਸੰਸਾਰ ਭਲੇਖੇ ਵਿੱਚ ਪਿਆ ਹੋਇਆ ਹੈ, ਪਰ ਅਸਾਂ ਇਹ ਗਲਤੀ ਨਹੀਂ ਕੀਤੀ। ਕਬੀਰ ਜੀ ਆਖਦੇ ਨੇ ਕਿ ਪਰਮਾਤਮਾ ਨੇ ਮਿਹਰ ਕਰਕੇ ਸਾਨੂੰ ਇਸ ਤੋਂ ਬਚਾਇਆ ਹੈ। ਆਸਾ 12 बरस बालपन कीते 20 बरस कछ तप न कियो 30 बरस कछ देव न पूजा फिर पछताना ਬਿਰਦ ਭਇਓ। ਭਗਤ ਕਬੀਰ ਜੀ ਅਗਲੇ ਸ਼ਬਦ ਦੇ ਵਿੱਚ ਆਖ ਰਹੇ ਨੇ 12 ਬਰਸ ਬਾਲਪਨ ਬੀਤੇ 20 ਬਰਸ਼ ਕਛ ਤਪ ਨਾ ਕੀਓ। ਉਮਰ ਦੇ ਪਹਿਲੇ 12 ਸਾਲ ਬਚਪਨ ਵਿੱਚ ਬੀਤ ਜਾਂਦੇ ਨੇ ਤੇ ਅਗਲੇ 20 ਸਾਲ ਕੋਈ ਭਜਨ ਬੰਦਗੀ ਨਹੀਂ ਕਰਦਾ। ਹੋਰ 30 ਸਾਲ ਲੰਘ ਜਾਂਦੇ ਨੇ, ਪਰਮਾਤਮਾ ਦੀ ਕੋਈ ਪਛਾਣ ਨਹੀਂ, ਕੋਈ ਭਗਤੀ ਨਹੀਂ ਕਰਦਾ। ਜਦੋਂ ਫਿਰ ਬੁੱਢਾ ਹੋ ਜਾਂਦਾ ਹੈ ਤਾਂ ਫਿਰ ਇਸ ਨੂੰ ਪਛਤਾਵਾ ਹੁੰਦਾ ਹੈ। ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਭੁਜੰਗ ਬਲਿਓ ਰਹਾਓ। ਕਬੀਰ ਜੀ ਆਖਦੇ ਨੇ ਕਿ ਮੇਰੀ ਮੇਰੀ ਕਰਦਿਆਂ ਮਨੁੱਖ ਦੀ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਜਦੋਂ ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਹੱਥਾਂ ਬਾਹਾਂ ਦੀ ਤਾਕਤ
ਮੁੱਕ ਜਾਂਦੀ ਹੈ। ਸੂਕੇ ਸਰਵਰ ਪਾਲ ਬੰਧਾਵੈ, ਲੂਣੈ ਖੇਤ ਹੱਥ ਵਾਰ ਕਰੈ। ਆਇਓ ਚੋਰ ਤੁਰੰਤ ਹੈ ਲੈ ਗਇਓ, ਮੇਰੀ ਰਾਖਤ ਮੁਗਦ ਫਿਰੈ। ਕਬੀਰ ਜੀ ਆਖਦੇ ਨੇ ਕਿ ਵਡੇਬੇ ਵਿੱਚ ਮੌਤ ਤੋਂ ਬਚਣ ਲਈ ਆਹਰ ਕਰਦਾ ਹੈ। ਜਿਵੇਂ ਕੋਈ ਸੁੱਕੇ ਤਲਾਬ ਵਿੱਚ ਵੱਟ ਬਣ ਰਿਹਾ ਹੋਵੇ, ਉਹ ਜ਼ਿੰਦਗੀ ਰੂਪੀ ਖੇਡ ਜੋ ਹੁਣ ਕੱਟ ਚੁੱਕਿਆ ਹੈ। ਕਬੀਰ ਜੀ ਆਖਦੇ ਨੇ ਸੂਕੇ ਸਰਵਰ ਪਾਲ ਬੰਧਾਵੇ, ਲੂਣੈ ਖੇਤ ਹੱਥ ਵਾਰ ਕਰੈ। ਆਇਓ ਚੋਰ ਤੁਰੰਤ ਹੈ ਲੈ ਗਇਓ, ਮੇਰੀ ਰਾਖਤ ਮੁਗਤ ਫਿਰੈ। ਉਸਦੇ ਦੁਆਲੇ ਵਾੜ ਕਰਦਾ ਹੈ। ਮੂਰਖ ਮਨੁੱਖ ਇਸ ਸਰੀਰ ਨੂੰ ਆਪਣਾ ਬਣਾਈ ਰੱਖਣ ਦੇ ਯਤਨ ਕਰਦਾ ਹੈ, ਪਰ ਜਮ ਰੂਪੀ ਚੋਰ ਚੁੱਪ ਕੀਤੇ ਆਉਂਦੇ ਨੇ ਅਤੇ ਤੁਰੰਤ ਹੀ ਜਿੰਦ ਨੂੰ ਲੈ ਤੁਰਦੇ ਨੇ। ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੈ। ਜਿਹਵਾ ਬਚਨ ਸੁਧ ਨਹੀਂ ਨਿਕਸੈ, ਤਬ ਰੇ ਧਰਮ ਕੀ ਆਸ ਕਰੈ। ਕਬੀਰ ਜੀ ਆਖਦੇ ਨੇ ਕਿ ਵਡੇਪੇ ਵੇਲੇ ਪੈਰ, ਸਿਰ, ਹੱਥ, ਸਾਰਾ ਸਰੀਰ ਕੰਬਣ ਲੱਗ ਜਾਂਦਾ ਹੈ ਤੇ ਅੱਖਾਂ ਵਿੱਚੋਂ ਆਪ ਮੁਹਾਰੇ ਪਾਣੀ ਵਗਣ ਲੱਗ ਪੈਂਦਾ। ਕਬੀਰ ਜੀ ਆਖਦੇ ਨੇ ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੈ। ਜਿਹਵਾ ਬਚਨ ਸੁਧ ਨਹੀਂ ਨਿਕਸੈ, ਤਬ ਰੇ ਧਰਮ ਕੀ ਆਸ ਕਰੇ। ਕਬੀਰ ਜੀ ਆਖਦੇ ਨੇ ਕਿ ਜੀਭ ਵਿੱਚੋਂ ਕੋਈ ਸਾਫ਼ ਲਫ਼ਜ਼ ਨਹੀਂ ਨਿਕਲਦਾ। ਹੇ ਮੂਰਖ, ਉਸ ਵੇਲੇ ਤੂੰ ਧਰਮ ਕਮਾਉਣ ਦੀ ਆਸ ਕਰਦਾ ਹੈ। ਹਰ ਜੀਉ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰ ਹਰ ਨਾਮ ਲਿਓ। ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਕਬੀਰ ਜੀ ਆਖਦੇ ਨੇ ਕਿ ਜਿਸ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ, ਉਸ ਦੀ ਲਗਨ ਲੱਗ ਜਾਂਦੀ ਹੈ। ਅਜਿਹਾ
ਜੀਵ ਮਨੁੱਖ ਪ੍ਰਭੂ ਦੀ ਭਜਨ ਬੰਦਗੀ ਦਾ ਲਾਭ ਖੱਟਦਾ ਹੈ। ਕਬੀਰ ਜੀ ਆਖਦੇ ਨੇ, ਹਰ ਜੀਉ ਕਿਰਪਾ ਕਰੈ ਲਿਵ ਲਾਵੇ, ਲਾਹਾ ਹਰ ਹਰ ਨਾਮ ਲਿਓ, ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਕਿ ਪ੍ਰਭੂ ਦੀ ਭਜਨ ਬੰਦਗੀ ਦਾ ਲਾਭ ਖੱਟਦਾ ਹੈ। ਸੰਸਾਰ ਤੋਂ ਤੁਰਨ ਵੇਲੇ ਇਹ ਭਜਨ ਬੰਦਗੀ ਦਾ ਧਨ ਨਾਲ ਜਾਂਦਾ ਹੈ, ਪਰ ਇਹ ਧਨ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਕਹਿਤ ਕਬੀਰ ਸੁਨਹੁ ਰੇ ਸੰਤੋ, ਅਨ ਧਨ ਕਛੂ ਐ ਲੈ ਨ ਗਇਓ, ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚਲਿਓ। ਕਬੀਰ ਜੀ ਅਖੀਰ ਦੇ ਵਿੱਚ ਆਖਦੇ ਨੇ, ਹੇ ਭਲੇ ਲੋਕੋ ਧਿਆਨ ਨਾਲ ਸੁਣੋ, ਕੋਈ ਹੋਰ ਧਨ ਸੰਸਾਰ ਤੋਂ ਤੁਰਨ ਵੇਲੇ ਨਾਲ ਨਹੀਂ ਜਾਂਦਾ। ਕਹਿਤ ਕਬੀਰ ਸੁਨਹੁ ਰੇ ਸੰਤੋ, ਅਨ ਧਨ ਕਛੁਐ ਲੈ ਨਾ ਗਇਓ, ਆਈ ਤਲਬ ਗੋਪਾਲ ਰੇ, ਕਿ ਮਾਇਆ ਮੰਦਰ ਛੋੜ ਚੱਲਿਓ। ਜਦੋਂ ਪਰਮਾਤਮਾ ਵੱਲੋਂ ਸੱਦਾ ਆ ਜਾਂਦਾ ਹੈ ਤਾਂ ਫਿਰ ਮਨੁੱਖ ਧਨ ਅਤੇ ਘਰ ਸਭ ਇੱਥੇ ਛੱਡ ਜਾਂਦਾ ਹੈ। ਆਸਾ ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਕ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਭਗਤ ਕਬੀਰ ਜੀ ਅਗਲੇ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ ਕਿ ਕਿਸੇ ਨੂੰ ਪਰਮਾਤਮਾ ਨੇ ਰੇਸ਼ਮ ਦੇ ਕੱਪੜੇ ਦਿੱਤੇ ਹੋਏ ਹਨ, ਕਿਸੇ ਨੂੰ ਨਿਵਾਰੀ ਪਲੰਗ, ਕਈ ਅਜਿਹੇ ਹਨ। ਕਬੀਰ ਜੀ ਆਖਦੇ ਨੇ, ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲੰਗ ਨਿਵਾਰਾ, ਕਾਹੂ ਗਿਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਜਿਨ੍ਹਾਂ ਨੂੰ ਗਲੀ ਹੋਈ ਜੋਲੀ ਵੀ ਨਸੀਬ ਨਹੀਂ ਹੁੰਦੀ ਤੇ ਕਈ ਘਰਾਂ ਵਿੱਚ ਬਿਸਤਰੇ ਦੀ ਥਾਂ ਤੇ ਪਰਾਲੀ ਹੀ ਹੈ। ਇਹ ਰਖ ਵਾਦ ਨਾ ਕੀਜੈ ਰੇ ਮਨ,
ਸੋਕ੍ਰਿਤ ਕਰ ਕਰ ਲੀਜੈ ਰੇ ਮਨ। ਹਲ ਕਾਹੂ ਬਿਆਦ ਲਗਾਹੀ। कबीर जी आख रहे ने, कमियार ने ਇੱਕੋ ਹੀ ਮਿੱਟੀ ਗੁੰਨੀ ਤੇ ਉਸਨੂੰ ਕਈ ਕਿਸਮਾਂ ਦੇ ਰੰਗ ਲਾ ਦਿੱਤੇ। ਕਿਸੇ ਭਾਂਡੇ ਵਿੱਚ ਮੋਤੀ ਤੇ ਮੋਤੀਆਂ ਦੀਆਂ ਮਾਲਾ ਪਾ ਦਿੱਤੀਆਂ। ਵੇਖੋ, ਵਿਚਾਰ ਕਰੀਏ ਕਿ ਮਿੱਟੀ ਇੱਕ ਹੀ ਜਗ੍ਹਾ ਤੇ ਹੈ। ਘੁਮਿਆਰ ਵੀ ਉਹੀ ਹੈ, ਚੱਕ ਵੀ ਉਹੀ ਹੈ, ਡੰਡਾ ਵੀ ਉਹੀ ਹੈ। ਇੱਕ ਹੀ ਮਿੱਟੀ ਦੇ ਸਾਰੇ ਭਾਂਡੇ ਬਣੇ ਨੇ। ਪਰ ਵੇਖੋ, ਕਰਮਾਂ ਅਨੁਸਾਰ ਕਿਸੇ ਭਾਂਡੇ ਵਿੱਚ ਮੋਤੀ ਵਗੈਰਾ ਸੋਨੇ ਦੇ ਗਹਿਣੇ ਰੱਖੇ ਜਾਂਦੇ ਹਨ, ਕਿਸੇ ਵਿੱਚ ਦੁੱਧ, ਘਿਓ ਆਦਿ ਚੰਗੀਆਂ ਚੀਜ਼ਾਂ ਰੱਖੀਆਂ ਜਾਂਦੀਆਂ ਨੇ, ਕਿਸੇ ਵਿੱਚ ਇਸੇ ਤਰ੍ਹਾਂ ਦੀਆਂ ਚੀਜ਼ਾਂ, ਸੱਜੀ ਚੀਜ਼ਾਂ ਆਦਿਕ ਪਾਈਆਂ ਜਾਂਦੀਆਂ ਨੇ। ਕਬੀਰ ਜੀ ਆਖ ਰਹੇ ਨੇ, ਕਾਹੂ ਮੈਂ ਮੋਤੀ ਮੁਕਤਾਹਲ ਕਾਹੂ ਬਿਆਦ ਲਗਾਈ। ਕਿਸੇ ਵਿੱਚ ਰੋਗ ਲਾਉਣ ਵਾਲੀਆਂ ਚੀਜ਼ਾਂ, ਪਰ ਪਰਮਾਤਮਾ ਨੇ ਅਨੇਕਾਂ ਕਿਸਮਾਂ ਦੇ ਅਮੀਰ ਗਰੀਬ ਮਨੁੱਖ ਬਣਾ ਦਿੱਤੇ। ਸੁਮਹਿ ਧਨ ਰਾਖਨ ਕੋ ਦਿਆ, ਮੁਗਧ ਕਹੈ ਧਨ ਮੇਰਾ, ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਿਬੇਰਾ।
ਕਬੀਰ ਜੀ ਆਖਦੇ ਨੇ ਕਿ ਕੰਜੂਸ ਨੂੰ ਧਨ ਜੋੜ ਕੇ ਰੱਖਣ ਲਈ ਜੋੜਿਆ, ਪਰ ਮੂਰਖ ਕੰਜੂਸ ਆਖਦਾ ਹੈ ਇਹ ਧਨ ਮੇਰਾ ਹੈ। ਕਬੀਰ ਜੀ ਆਖਦੇ ਨੇ ਸੋ ਮਹਿ ਧਨ ਰਾਖਨ ਕਉ ਦੀਆ, ਮੁਗਤ ਕਹਿ ਧਨ ਮੇਰਾ। ਜਮ ਕਾ ਡੰਡ ਮੂੰਡ ਮਹਿ ਲਾਗੈ, ਖਿਨ ਮਹਿ ਕਰੈ ਨਬੇਰਾ। ਜਦੋਂ ਮੌਤ ਆਉਂਦੀ ਹੈ ਤਦੋਂ ਇੱਕ ਪਲ ਵਿੱਚ ਫੈਸਲਾ ਕਰ ਦਿੰਦੀ ਹੈ ਕਿ ਇਹ ਧਨ ਕਿਸੇ ਦਾ ਵੀ ਨਹੀਂ ਹੈ। ਹਰ ਜਨ ਊਤਮ ਭਗਤ ਸਦਾਵੈ, ਆਗਿਆ ਮਨ ਸੁਖ ਪਾਈ। ਜੋ ਤਿਸ ਭਾਵੈ ਸਤ ਕਰ ਮਾਨੈ, ਭਾਣਾ ਮਨ ਵਸਾਈ। ਕਬੀਰ ਜੀ ਆਖਦੇ ਨੇ ਕਿ ਜੋ ਮਨੁੱਖ ਪਰਮਾਤਮਾ ਦਾ ਪਰਮ ਭਗਤ ਅਖਵਾਉਂਦਾ ਹੈ, ਉਹ ਪਰਮਾਤਮਾ ਦੀ ਰਜ਼ਾ ਨੂੰ ਮੰਨ ਕੇ ਸੁੱਖ ਪ੍ਰਾਪਤ ਕਰਦਾ ਹੈ। ਕਬੀਰ ਜੀ ਆਖ ਰਹੇ ਨੇ ਹਰ ਜਨ ਊਤਮ ਭਗਤ ਸਦਾਵੇ, ਆਗਿਆ ਮਨ ਸੁਖ ਪਾਈ। ਜੋ ਤਿਸ ਭਾਵੇ ਸਤ ਕਰ ਮਾਨੈ, ਭਾਣਾ ਮਨ ਵਸਾਈ। ਕਿ ਉਹ ਪਰਮਾਤਮਾ ਦੀ ਰਜ਼ਾ ਨੂੰ ਮਨ ਵਿੱਚ ਵਸਾਉਂਦਾ ਹੈ ਤੇ ਜੋ ਪਰਮਾਤਮਾ ਨੂੰ ਠੀਕ ਲੱਗਦਾ ਹੈ ਉਸ ਨੂੰ ਖੁਸ਼ੀ ਨਾਲ ਕਬੂਲ ਕਰਦਾ ਹੈ। ਕਹੈ ਕਬੀਰ ਸੁਨਹੁ ਰੇ ਸੰਤੋ, ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਅਖੀਰ ਦੇ ਵਿੱਚ ਕਬੀਰ ਜੀ ਆਖ ਰਹੇ ਨੇ ਕਿ ਹੇ ਭਲੇ ਲੋਕੋ ਸੁਣੋ, ਇਹ ਧਨ ਪਦਾਰਥ ਆਦਿਕ ਮੇਰਾ ਹੈ। ਇਹ ਖਿਆਲ ਬਿਲਕੁਲ ਝੂਠਾ ਹੈ। ਕਬੀਰ ਜੀ ਆਖਦੇ ਨੇ ਕਹੇ ਕਬੀਰ ਸੁਨਹੁ ਰੇ ਸੰਤੋ, ਮੇਰੀ ਮੇਰੀ ਝੂਠੀ। ਚਿਰਗਟ ਫਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਕਿਉਂਕਿ ਜੇ ਪਿੰਜਰੇ ਨੂੰ ਤੋੜ ਕੇ ਕੋਈ ਬਿੱਲੀ ਚਿੜੀ ਨੂੰ ਫੜ ਕੇ ਲੈ ਜਾਏ ਤਾਂ ਉਸ ਚਿੜੀ ਦਾ ਖਾਣ ਪੀਣ ਦਾ ਸਮਾਨ ਉੱਥੇ ਦਾ ਉੱਥੇ ਪਿਆ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਮੌਤ ਫੜ ਕੇ ਲੈ ਕੇ ਜਾਂਦੀ ਹੈ ਤਾਂ ਮਨੁੱਖ ਦਾ ਸਭ ਕੁਝ ਇੱਥੇ ਰਹਿ ਜਾਂਦਾ ਹੈ। ਆਸਾ ਹਮ ਮਸਕੀਨ ਖੁਦਾਈ ਬੰਦੇ, ਤੁਮਰਾ ਜਸ ਮਨ ਭਾਵੈ।
अलह अवल दीन को साहिब, जोर नहीं फुरमावे। ਭਗਤ ਕਬੀਰ ਜੀ ਅਗਲੇ ਸ਼ਬਦ ਦੇ ਵਿੱਚ ਫਰਮਾਨ ਕਰਦੇ ਨੇ, ਹਮ ਮਸਕੀਨ ਖੁਦਾਈ ਬੰਦੇ ਤੁਮ ਜਾਸਰ ਮਨ ਭਾਵੇ। ਕਿ ਹੇ ਕਾਜੀ, ਅਸੀਂ ਗਰੀਬ ਉਸ ਖੁਦਾ ਦੇ ਪੈਦੇ ਕੀਤੇ ਹੋਏ ਬੰਦੇ ਹਾਂ। ਤੁਹਾਨੂੰ ਆਪਣੇ ਮਨ ਵਿੱਚ ਹਕੂਮਤ ਚੰਗੀ ਲੱਗਦੀ ਹੈ। ਪਹਿਲਾਂ ਉਹ ਅੱਲਾ ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਹੈ। ਉਹ ਕਿਸੇ ਉੱਤੇ ਜ਼ੋਰ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੰਦਾ। काजी बोलिया, बन नहीं आवे रहाओ। ਕਬੀਰ ਜੀ ਆਖ ਰਹੇ ਨੇ ਕਿ ਹੇ ਕਾਜੀ, ਤੇਰੇ ਮੂੰਹੋਂ ਫਿਰਕਾ ਪ੍ਰਸਤੀ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। रोजा धरे निवाज गुजारे, कलमा पिसत न होई। सतर काबा घट ही पीतर, जे कर जाने कोई। ਕਬੀਰ ਜੀ ਆਖਦੇ ਨੇ ਕਿ ਨਿਰਾ ਰੋਜ਼ਾ ਰੱਖਿਆ, ਨਿਵਾਜ ਪੜ੍ਹਦਿਆਂ ਤੇ ਕਲਮਾ ਆਖਿਆਂ ਬਹਿਸ਼ਤ ਦੀ ਪ੍ਰਾਪਤੀ ਨਹੀਂ ਹੁੰਦੀ। ਕਬੀਰ ਜੀ ਆਖਦੇ ਨੇ, ਰੋਜ਼ਾ ਧਰੈ ਨਿਵਾਜ ਗੁਜ਼ਾਰੈ, ਕਲਮਾ ਪੈਸਤ ਨਾ ਹੋਈ। ਸਤਰ ਕਾਬਾ ਘਟ ਹੀ ਭੀਤਰ, ਜੇ ਕਰ ਜਾਣੈ ਕੋਈ। ਖੁਦਾ ਦਾ ਘਰ ਕਾਬਾ ਦਾ ਦਿਲ ਦੇ ਅੰਦਰ ਹੀ ਹੈ, ਪਰ ਲੱਭਦਾ ਤਾਂ ਹੀ ਹੈ ਜੇ ਕੋਈ ਇਸ ਗੱਲ ਨੂੰ ਮੰਨ ਲਏ। निवाज सोई जो न्याओ बिचारे, कलमा अकल है जाने। पांचो हो मुसला बिछावे, तब तो दीन पछाने।
ਕਬੀਰ ਜੀ ਆਖਦੇ ਨੇ ਕਿ ਜੋ ਮਨੁੱਖ ਸਹੀ ਇਨਸਾਫ ਕਰਦਾ ਹੈ ਉਹ ਨਿਵਾਜ ਪੜ੍ਹ ਰਿਹਾ ਹੈ। ਜੇ ਆਪਣੀ ਅਕਲ ਨਾਲ ਖੁਦਾ ਦੀ ਪਛਾਣ ਕਰਦਾ ਹੈ ਤਾਂ ਕਲਮਾ ਆਖ ਰਿਹਾ ਹੈ। ਕਬੀਰ ਜੀ ਆਖਦੇ ਨੇ ਨਿਵਾਜ ਸੋਈ ਜੋ ਨਿਆਉ ਵਿਚਾਰੈ, ਕਲਮਾ ਅਕਲਹਿ ਜਾਣੈ, ਪੰਚਹੁ ਮੁਸਲਾ ਵਿਛਾਵੈ, ਤਬ ਤੋ ਦੀਨ ਪਛਾਨੈ। ਜੋ ਮਨੁੱਖ ਪੰਜ ਵਿਕਾਰਾਂ ਨੂੰ ਮਾਰ ਕੇ ਆਪਣੇ ਵਸ ਵਿੱਚ ਕਰਦਾ ਹੈ ਤਾਂ ਮੁਸੱਲਾ ਵਿਛਾਉਂਦਾ ਹੈ ਤੇ ਸੱਚੇ ਧਰਮ ਦੀ ਪਛਾਣ ਕਰਦਾ ਹੈ। ਖਸਮ ਪਛਾਣ ਤਰਸ ਕਰ ਜੀਅ ਮਹਿ, ਮਾਰ ਮਣੀ ਕਰ ਫਿਕੀ, ਆਪ ਜਨਾਏ ਅਵਰ ਕੋ ਜਾਣੈ, ਤਬ ਹੋਏ ਭਿਸਤ ਸਰੀਕੀ। ਹੇ ਕਾਜੀ, ਤੂੰ ਉਸ ਮਾਲਕ ਨੂੰ ਪਛਾਣ। ਆਪਣੇ ਦਿਲ ਵਿੱਚ ਮਨੁੱਖਾਂ ਵਾਸਤੇ ਤਰਸ ਪੈਦਾ ਕਰ। ਅਹੰਕਾਰ ਨੂੰ ਮਾਰ ਦੇ, ਮਾੜਾ ਜਾਣ ਕੇ ਦੂਰ ਕਰ ਦੇ। ਕਬੀਰ ਜੀ ਆਖਦੇ ਨੇ ਪੰਚਹੁ ਮੁਸਲਾ ਵਿਛਾਵੈ, ਤਬ ਤੋ ਦੀਨ ਪਛਾਨੈ। ਖਸਮ ਪਛਾਨ ਤਰਸ ਕਰ ਜੀਆ ਮਹਿ, ਮਾਰ ਮਣੀ ਕਰ ਫੀਕੀ। ਕਿ ਜਦੋਂ ਮਨੁੱਖ ਆਪਣੇ ਆਪ ਨੂੰ ਸਮਝ ਕੇ ਦੂਸਰਿਆਂ ਨੂੰ ਆਪਣੇ ਵਰਗਾ ਸਮਝਦਾ ਹੈ ਤਦੋਂ ਦਰਗਾਹ ਦਾ ਹੱਕਦਾਰ ਬਣਦਾ ਹੈ। ਮਾਟੀ ਏਕ ਭੇਖ ਕਰ ਨਾਨਾ, ਤਾਂ ਮਹਿ ਬ੍ਰਹਮ ਪਛਾਨਾ। ਕਹਿ ਕਬੀਰਾ ਭਿਸਤ ਛੋੜ ਕਰ, ਦੋਜਕ ਸਿਉ ਮਨ ਮਾਨਾ। ਅਖੀਰ ਵਿੱਚ ਭਗਤ ਜੀ ਫਰਮਾਨ ਕਰਦੇ ਨੇ ਕਿ ਮਿੱਟੀ ਇੱਕੋ ਹੀ ਹੈ, ਜਿਸਨੇ ਜੀਵਾਂ ਦੇ ਰੂਪ ਵਿੱਚ ਅਨੇਕਾਂ ਵੇਸ ਧਾਰੇ ਹੋਏ ਹਨ। ਧਾਰਮਿਕ ਬੰਦੇ ਨੇ ਤਾਂ ਜੀਵਾਂ ਵਿੱਚ ਪਰਮਾਤਮਾ ਨੂੰ ਸਮਝਿਆ ਹੈ। ਮਾਟੀ ਏਕ ਭੇਖ ਧਰ ਨਾਨਾ, ਤਾਂ ਮਹਿ ਬ੍ਰਹਮ ਪਛਾਨਾ। ਕਹਿ ਕਬੀਰ ਭੈਸਤ ਛੋੜ ਕਰ ਦੋਚਕ, ਸਿਉ ਮਨ ਮਾਨਾ। ਕਬੀਰ ਜੀ ਆਖਦੇ ਨੇ ਹੇ ਕਾਜੀ, ਤੁਸੀਂ ਤਾਂ ਲੋਕਾਂ ਉੱਤੇ ਜ਼ੁਲਮ ਕਰਕੇ ਸਵਰਗ ਦਾ ਰਸਤਾ ਛੱਡ ਕੇ ਨਰਕਾਂ ਦੇ ਰਸਤੇ ਤੁਰ ਪੈਂਦੇ ਹੋ।
ਆਸਾ। ਗਗਨ ਨਗਰ ਇਕ ਬੂੰਦ ਨ ਬਰਖੈ, ਨਾਦ ਕਹਾ ਸੋ ਸਮਾਨਾ। ਪਾਰ ਬ੍ਰਹਮ ਪਰਮੇਸ਼ਰ ਮਾਧੋ, ਪਰਮ ਹੰਸ ਲੈ ਸਿਧਾਨਾ। ਕਬੀਰ ਜੀ ਅਗਲੇ ਸ਼ਬਦ ਦੇ ਵਿੱਚ ਪ੍ਰਮਾਣ ਕਰਦੇ ਨੇ, ਗਗਨ ਨਗਰ ਇੱਕ ਬੂੰਦ ਨਾ ਬਰਖੈ, ਨਾਦ ਕਹਾ ਜੋ ਸਮਾਨਾ। ਦਸਮ ਦਵਾਰ ਵਿੱਚ ਹੁਣ ਇੱਕ ਬੂੰਦ ਵੀ ਨਹੀਂ ਵਰਦੀ, ਭਾਵ ਦਿਮਾਗੀ ਸ਼ਕਤੀ ਬੰਦ ਹੋ ਗਈ ਹੈ। ਉਹ ਬੋਲਣ ਦੀ ਆਵਾਜ਼ ਕਿੱਥੇ ਚਲੀ ਗਈ ਜੋ ਦਿਮਾਗ ਵਿੱਚ ਟਿਕੀ ਹੋਈ ਸੀ? ਉਹ ਪਰਮਾਤਮਾ ਪਰਮੇਸ਼ਰ ਜੀਵ ਆਤਮਾ ਰੂਪੀ ਪਰਮਹੰਸ ਨੂੰ ਲੈ ਕੇ ਚਲੀ ਗਈ ਹੈ। ਬਾਬਾ ਬੋਲਤੇ ਤੇ ਕਹਾ ਗਏ, ਦੇਹੀ ਕੇ ਸੰਗ ਰਹਤੇ। ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਿਤੇ ਰਹਾਓ। ਕਬੀਰ ਜੀ ਆਖਦੇ ਨੇ, ਹੇ ਭਾਈ, ਉਹ ਬੋਲਣ ਵਾਲੀ ਆਵਾਜ਼ ਕਿੱਥੇ ਚਲੀ ਗਈ ਜੋ ਸਰੀਰ ਦੇ ਨਾਲ ਰਹਿੰਦੀ ਸੀ? ਕਬੀਰ ਜੀ ਆਖਦੇ ਨੇ, ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਿਤੇ। ਉਹ ਕਥਾ ਵਾਰਤਾ ਗੱਲਾਂ ਬਾਤਾਂ ਜੋ ਸੁਰਤ ਵਿੱਚ ਹਲਚਲ ਕਰਦੀ ਸੀ, ਕਿੱਥੇ ਗਈ? ਬਜਾਵਨ ਹਾਰੋ ਕਹਾ ਗਇਓ, ਜਿਨ ਇਹੋ ਮੰਦਰ ਕੀਨਾ। ਸਾਖੀ ਸ਼ਬਦ ਸੁਰਤ ਨਹੀਂ ਉਪਜੈ, ਖਿੰਚ ਤੇਜ ਸਭ ਲੀਨਾ। ਬਜਾਉਣ ਵਾਲਾ ਉਹ ਮਨ ਕਿੱਥੇ ਅਲੋਪ ਹੋ ਗਿਆ ਹੈ, ਜਿਸ ਨੇ ਸਰੀਰ ਨੂੰ ਆਪਣਾ ਬਣਾਇਆ ਹੋਇਆ ਹੈ। ਪ੍ਰਭੂ ਨੇ ਸਾਰਾ ਤੇਜ ਪ੍ਰਤਾਪ ਖਿੱਚ ਲਿਆ ਹੈ। ਹੁਣ ਉਹ ਪਹਿਲੀ ਗੱਲ, ਪਹਿਲਾ ਬੋਲ, ਪਹਿਲਾ ਫੁਰਨਾ ਕਿੱਥੇ ਪੈਦਾ ਨਹੀਂ ਹੁੰਦਾ? ਸਰਵਨਨ ਬਿਕਲ ਭਏ ਸੰਗ ਤੇਰੇ, ਇੰਦਰੀ ਕਾ ਬਲ ਥਾਕਾ। ਚਰਨ ਰਹੇ ਕਰ ਢਰਕ ਪਰੇ ਹੈ, ਮੁਖ ਹੋਣਾ ਨਿਕਸੈ ਬਾਤਾਂ। ਤੇਰੇ ਕੰਨ ਸੁਣਨੋਂ ਬੰਦ ਹੋ ਗਏ ਨੇ, ਤੇਰੇ ਪੈਰ ਤੁਰਨੋਂ ਅਸਮਰੱਥ ਹਨ, ਹੱਥ ਵੀ ਲਟਕ ਗਏ ਹਨ। ਹੁਣ ਤਾਂ ਤੇਰੇ ਮੂੰਹ ਵਿੱਚੋਂ ਵੀ ਕੋਈ ਗੱਲ ਨਹੀਂ ਨਿਕਲਦੀ। ਥਾਕੇ ਪੰਚ ਦੂਤ ਸਭ ਤਸਕਰ, ਆਪ ਆਪਣੇ ਭ੍ਰਮ ਤੇ।
थाका मन कुंचर उर थाका, तेज सूत धर रमते। कबीर जी आख रहे ने, थाके पंच दूत सब तस्कर, आप अपने भ्रम ते। काम क्रोध लोभ मोह हंकार आदि पंज विकार हार गए ਹਨ। ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ। ਮਨ ਰੂਪੀ ਹਾਥੀ ਅਤੇ ਉਹ ਹਿਰਦਾ ਵੀ ਨਹੀਂ ਰਹਿ ਗਿਆ, ਜਿਸ ਦਾ ਆਸਰਾ ਲੈ ਕੇ ਇਹ ਪੰਜ ਵਿਕਾਰ ਭੱਜੇ ਨੱਠੇ ਵਿੱਚ ਲੱਗੇ ਰਹਿੰਦੇ ਸਨ। ਮਿਰਤਕ ਭਏ ਦਸੈ ਬੰਦ ਛੂਟੇ, ਮਿੱਤਰ ਭਾਈ ਸਭ ਛੋਰੇ। ਕਹਿਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ। ਭਗਤ ਕਬੀਰ ਜੀ ਅਖੀਰ ਦੇ ਵਿੱਚ ਦੱਸ ਰਹੇ ਨੇ ਕਿ ਮੌਤ ਤੋਂ ਮਗਰੋਂ ਦਸੇ ਇੰਦਰੀਆਂ ਦੇ ਬੰਧਨ ਵੀ ਛੁੱਟ ਜਾਂਦੇ ਨੇ ਅਤੇ ਸਾਰੇ ਮਿੱਤਰ ਭਰਾ ਵੀ ਛੱਡ ਜਾਂਦੇ ਨੇ। ਮਿਰਤਕ ਭਏ ਦਸੈ ਬੰਧ ਛੂਟੇ, ਮਿੱਤਰ ਭਾਈ ਸਭ ਛੋਰੇ। ਕਹਿਤ ਕਬੀਰਾ ਜੋ ਹਰ ਧਿਆਵੈ, ਜੀਵਤ ਬੰਧਨ ਤੋਰੇ। ਕਬੀਰ ਜੀ ਆਖਦੇ ਨੇ ਕਿ ਜੋ ਮਨੁੱਖ ਪਰਮਾਤਮਾ ਨੂੰ ਧਿਆਉਂਦਾ ਹੈ, ਉਹ ਜਿਉਂਦੇ ਹੀ ਆਪਣੇ ਸਾਰੇ ਬੰਧਨਾਂ ਨੂੰ ਤੋੜ ਦਿੰਦਾ ਹੈ। ਮਿਰਤਕ ਭਏ ਦਸੈ ਬੰਧ ਛੂਟੇ, ਮਿਰਤਰ ਭਾਈ ਸਭ ਛੋਰੇ। ਕਹਿਤ ਕਬੀਰਾ ਜੋ ਹਰਿ ਧਿਆਵੈ, ਜੀਵਤ ਬੰਧਨ ਤੋਰੇ। ਸਤਨਾਮ ਸ੍ਰੀ ਵਾਹਿਗੁਰੂ ਜੀ।